ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਆਪਾਂ ਸਾਰੇ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਆਪਣਾ ਇਹ ਜੀਵਨ ਹੈ, ਜੋ ਇਹ ਆਪਾਂ ਨੂੰ ਮਨੁੱਖਾਂ ਦੇ ਹੀ ਮਿਲੀ ਹੈ, ਇਸ ਦਾ ਆਪਾਂ ਲਾਹਾ ਖੱਟੀਏ। ਜਿਸ ਕਾਰਜ ਵਾਸਤੇ ਆਪਾਂ ਨੂੰ ਦੇਹੀ ਮਿਲੀ ਹੈ, ਉਸ ਕਾਰਜ ਨੂੰ ਸੰਪੂਰਨ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ, ਜਿਸ ਵਿੱਚ ਆਪਾਂ ਵਿਚਾਰਦੇ ਸੀ ਕਿ ਜੱਗ ਦੇ ਵਿੱਚ ਆਇਆ ਜੀਵ ਉਹ ਪ੍ਰਵਾਨ ਹੈ ਜਿਹੜਾ ਘਟ ਘਟ ਦੇ ਵਿੱਚ ਆਪਣੇ ਮਾਲਕ ਨੂੰ ਜਾਣਦਾ ਹੈ। ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸੁਆਮੀ ਜਾਣ। ਕਿਉਂਕਿ ਮਾਲਕ ਘਟ ਘਟ ਦੇ ਵਿੱਚ ਵਸਦਾ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਨਹੀਂ ਹੈ, ਹਰ ਥਾਂ 'ਤੇ ਹੈ। ਅਤੇ ਜਦੋਂ ਆਪਾਂ ਉਸ ਨੂੰ ਜਾਣ ਲਿਆ, ਪਹਿਚਾਣ ਲਿਆ, ਅਤੇ ਫਿਰ ਆਪਣਾ ਆਇਆ ਸੰਸਾਰ ਦੇ ਵਿੱਚ ਮਨੁੱਖਾ ਦੇਹੀ ਦੇ ਵਿੱਚ ਪ੍ਰਵਾਨ ਹੈ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਕਾ ਮਨ ਲਾਗ। ਪਰ ਜਿਹਦੇ ਪੂਰੇ ਭਾਗ ਨੇ, ਜਿਹਨੂੰ ਮਾਲਕ ਨੇ ਦਇਆ ਕੀਤੀ ਹੈ, ਜਿਸ 'ਤੇ ਖੁਸ਼ ਹੋਇਆ ਹੈ, ਉਸ ਦਾ ਫਿਰ ਮਨ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਦਾ ਹੈ। ਫਿਰ ਪ੍ਰਭੂ ਖੁਸ਼ ਹੋ ਕੇ ਪ੍ਰਗਟ ਹੁੰਦਾ ਹੈ ਅਤੇ ਫਿਰ ਹਰ ਥਾਂ 'ਤੇ ਉਸ ਦੇ ਦਰਸ਼ਨ ਹੁੰਦੇ ਨੇ। ਫਿਰ ਸਾਨੂੰ ਆਪਣੇ ਬਣਾ ਲੈਂਦਾ ਹੈ। ਜਿਨ੍ਹਾਂ ਨੂੰ ਆਪਣੇ ਇੱਕ ਵਾਰੀ ਬਣਾ ਲੈਂਦਾ ਹੈ, ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ, ਉਹਨਾਂ ਦੀ ਫਿਰ ਵਿਚਾਰ ਨਹੀਂ ਕਰਦਾ ਮਾਲਕ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਜਨ ਪਾਰ ਬ੍ਰਹਮ ਆਪਣੋ ਕੀਨੇ, ਤਿਨ ਕਾ ਬਾਹਰ ਕਛੂ ਨਾ ਵਿਚਾਰੇ। ਕਿਉਂਕਿ ਜਿਹਨੂੰ ਆਪਣੇ ਬਣਾ ਲੈਂਦਾ, ਫਿਰ ਚਲਾਉਣ ਵਾਲਾ ਆਪ ਹੈ। ਉਹਨਾਂ ਦੇ ਜੀਵਾਂ ਦੇ ਗਲ ਦੇ ਵਿੱਚ ਆਪਣੀ ਸੰਗਲੀ ਪਾ ਲੈਂਦਾ ਹੈ, ਜੰਜੀਰ ਪਾ ਲੈਂਦਾ ਹੈ, ਫਿਰ ਆਪ ਆਪਣੇ ਜਨਾਂ ਨੂੰ ਚਲਾਉਂਦਾ ਹੈ। ਜਿਵੇਂ ਉਦਾਹਰਨ ਦਿੱਤੀ ਹੈ ਬਾਬਾ ਕਬੀਰ ਜੀ ਨੇ ਕਿ ਮੈਂ ਉਸ ਮਾਲਕ ਦਾ ਕੁੱਤਾ ਹਾਂ ਅਤੇ ਮੇਰਾ ਨਾਮ ਮੋਤੀਆ ਹੈ, ਅਤੇ ਮੇਰੇ ਗਲ ਦੇ ਵਿੱਚ ਉਸ ਮਾਲਕ ਦੀ ਸੰਗਲੀ ਹੈ, ਜੀਵਰੀ ਪਾਈ ਹੈ, ਅਤੇ ਜਿੱਧਰ ਨੂੰ ਮੈਨੂੰ ਚਲਾਉਂਦਾ ਉਹ ਮੈਂ ਚੱਲਦਾ ਹਾਂ। ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿਚੈ ਤਹ ਜਾਉ। ਜਿੱਧਰ ਨੂੰ ਚਲਾਉਂਦਾ ਉੱਧਰ ਨੂੰ ਚੱਲਦਾ ਹੈ। ਫਿਰ ਉਹ ਆਪਣੇ ਚਰਨਾਂ ਦੇ ਨਾਲ ਜੀਵਨ ਨੂੰ ਜੋੜ ਲੈਂਦਾ ਹੈ ਅਤੇ ਉਸ ਦਾ ਜੀਵਨ ਪ੍ਰਵਾਨ ਹੁੰਦਾ ਹੈ। ਐਸੇ ਜਨਾਂ ਦੇ ਨਾਲ ਮਿਲ ਕੇ ਸਾਨੂੰ ਨਾਮ ਦਾ ਭੇਤ ਆਉਂਦਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਕਰੇ ਸੰਸਾਰ। ਆਪ ਵੀ ਮੁਕਤ ਹੋਵੇ ਅਤੇ ਹੋਰਾਂ ਨੂੰ ਵੀ ਮੁਕਤ ਕਰੇ। ਨਾਨਕ ਤੇ ਜਨ ਕੋ ਸਦਾ ਨਮਸਕਾਰ। ਕਿਉਂਕਿ ਆਪ ਵੀ ਮੁਕਤ ਹੋਣਾ, ਹੋਰਾਂ ਨੂੰ ਵੀ ਮੁਕਤ ਕਰਨਾ ਹੈ।
ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਜਿਹੜੇ ਹਰੀ ਦੇ ਦਾਸ ਨੇ ਉਹਨਾਂ ਦੇ ਨਾਲ ਸਾਕਤ ਦਾ ਕੋਈ ਸੰਗ ਨਹੀਂ ਹੈ, ਕਿਉਂਕਿ ਦੋਏ ਸੰਗੀ ਨਹੀਂ ਹੋ ਸਕਦੇ। ਜਿਵੇਂ ਆਪਾਂ ਇੱਕ ਮਾਰਗ 'ਤੇ ਚੱਲਣਾ ਹੁੰਦਾ ਹੈ, ਸੰਗੀ ਕਹਿੰਦੇ ਆਪਾਂ ਚੱਲਦੇ ਹਾਂ, ਲੇਕਿਨ ਸਾਕਤ 'ਤੇ ਜਿਹੜੇ ਹਰੀ ਦੇ ਜਨ ਨੇ ਉਹ ਇੱਕ ਮਾਰਗ 'ਤੇ ਨਹੀਂ ਚੱਲ ਸਕਦੇ, ਕਿਉਂਕਿ ਸਾਕਤ ਦਾ ਮਾਰਗ ਵੱਖਰਾ ਹੈ ਅਤੇ ਹਰੀ ਦੇ ਜਨਮ ਦਾ ਮਾਰਗ ਵੱਖਰਾ ਹੈ। ਸਾਕਤ ਤਾਤ ਦੇ ਰਸਤੇ ਚੱਲਦਾ ਹੈ ਅਤੇ ਹਰੀ ਦਾ ਦਾਸ ਲਿਵ ਦੇ ਰਸਤੇ ਚੱਲਦਾ ਹੈ। ਸਾਕਤ ਦਾ ਮਾਰਗ ਹੈ ਜਾਂ ਮਾਰਗ ਹੈ, ਕਿਉਂਕਿ ਉਸ ਦੇ ਗਲ ਦੇ ਵਿੱਚ ਜਮਾਂ ਦੀ ਜੇਬਰੀ ਹੈ, ਅਤੇ ਭਗਤਾਂ ਦੇ ਗੋਬਿੰਦ ਮਾਰਗ ਹੈ, ਉਹਨਾਂ ਦੇ ਗਲ ਦੇ ਵਿੱਚ ਪਰਮੇਸ਼ਰ ਦੀ ਜੇਬਰੀ ਹੈ। ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਉਹ ਬਿਖਈ ਉਸ ਰਾਮ ਕੋ ਰੰਗ। ਉਹ ਤ੍ਰੈ ਗੁਣਾਂ ਦੇ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੁੰਦਾ ਹੈ ਸਾਕਤ, ਅਤੇ ਹਰੀ ਦਾ ਜਨ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੁੰਦਾ ਹੈ। ਇਸ ਕਰਕੇ ਦੋਨਾਂ ਦਾ ਕਦੇ ਵੀ ਸਾਥ ਨਹੀਂ ਹੋ ਸਕਦਾ, ਸੰਗ ਨਹੀਂ ਨਿਭ ਸਕਦਾ। ਮਨ ਅਸਵਾਰ ਜੈਸੇ ਤੁਰੀ ਸ਼ਿਗਾਰੀ। ਉੱਧਰ ਸਮਝਾਉਂਦੇ ਨੇ ਕਿ ਜਿਹੜੇ ਤਾਂ ਪ੍ਰਭੂ ਦੇ ਜਨ ਨੇ, ਹਰੀ ਦੇ ਜਨ ਨੇ, ਉਹ ਤਾਂ ਆਪਣੇ ਮਨ ਨੂੰ ਸਵਾਰਦੇ ਨੇ, ਉਹ ਆਪਣੇ ਮਨ ਨੂੰ ਨਿਰਮਲ ਕਰਦੇ ਨੇ, ਮਨ ਦਾ ਸ਼ਿੰਗਾਰ ਕਰਦੇ ਨੇ। ਅਤੇ ਜਿਹੜੇ ਸਾਕਤ ਨੇ ਉਹ ਤਨ ਦਾ ਸ਼ਿੰਗਾਰ ਕਰਦੇ ਨੇ। ਜਿਹੜੇ ਹਰੀ ਦੇ ਜਨ ਨੇ ਉਹਨਾਂ ਦੇ ਵਾਸਤੇ ਸਰੀਰ ਇੱਕ ਘੋੜਾ ਹੈ, ਮਨ ਅਸਵਾਰ ਹੈ, ਲੇਕਿਨ ਸਾਕਤਾਂ ਨੂੰ ਵਾਸਤੇ ਮਨ ਦਾ ਗਿਆਨ ਨਹੀਂ। ਇਸ ਕਰਕੇ ਉਹਨਾਂ ਨੂੰ ਉਹ ਤਨ ਨੂੰ ਹੀ ਸ਼ਿੰਗਾਰਦੇ ਨੇ, ਕਿਉਂਕਿ ਮਨ ਦਾ ਉਹਨਾਂ ਨੂੰ ਗਿਆਨ ਨਹੀਂ ਹੈ। ਜਿਉਂ ਕਾ ਪੁਰਖ ਪੁਚਾਰੈ ਨਾਰੀ। ਅਤੇ ਦੱਸਦੇ ਨੇ ਬਈ ਉਹ ਜਿਹੜੇ ਨੇ ਹਰੀ ਦੇ ਦਾਸ ਨੇ, ਉਸ ਪਰਮੇਸ਼ਰ ਦੀ ਪੂਜਾ ਕਰਦੇ ਨੇ ਜੋ ਪੁਰਖ ਹੈ, ਕਿਉਂਕਿ ਉਹਨਾਂ ਵਾਸਤੇ ਪਰਮੇਸ਼ਰ ਪੁਰਖ ਹੈ। ਭਗਤਾਂ ਵਾਸਤੇ ਸਾਡਾ ਸਰੀਰ ਇੱਕ ਮਾਇਆ ਹੈ। ਇਸ ਕਰਕੇ ਆਪਾਂ ਸਾਰੇ ਨਾਰੀ ਹਾਂ ਅਤੇ ਪੁਰਖ ਪਰਮੇਸ਼ਰ ਹੈ। ਅਤੇ ਜਿਹੜੇ ਸਾਕਤ ਨੇ ਉਹ ਸਰੀਰਾਂ ਨੂੰ ਮਾਇਆ ਦੀ ਪੂਜਾ ਕਰਦੇ ਨੇ। ਬੈਲ ਕੋ ਨੇਤਰਾ ਪਾਏ ਦੁਹਾਵੈ। ਹੁਣ ਸਮਝਾਉਂਦੇ ਨੇ ਕਿ ਜਿਵੇਂ ਉਦਾਹਰਨ ਦਿੰਦੇ ਨੇ ਕਿ ਜਿਹੜੇ ਹਰੀ ਦੇ ਜਨ ਨੇ ਉਹਨਾਂ ਨੂੰ ਗਿਆਨ ਹੈ, ਉਹ ਨਾਮ ਦੇ ਨਾਲ ਜੁੜਦੇ ਨੇ, ਉਸ ਪ੍ਰਭੂ ਦੇ ਨਾਲ। ਜਿਵੇਂ ਉਦਾਹਰਨ ਦਿੱਤੀ ਹੈ ਕਿ ਦੁੱਧ ਗਾਂ ਦਿੰਦੀ ਹੈ, ਗਾਂ ਨੂੰ ਰੱਸੀ ਬੰਨ੍ਹ ਕੇ ਚੋਂਦੇ ਨੇ, ਲੇਕਿਨ ਉਹਨਾਂ ਨੂੰ ਪਹਿਚਾਣ ਨਹੀਂ, ਉਹ ਬਲਦ ਨੂੰ ਪਾ ਲੈਂਦੇ ਨੇ, ਕਿਉਂਕਿ ਬਲਦ ਦੁੱਧ ਨਹੀਂ ਦੇ ਸਕਦਾ, ਬੈਲ ਦੁੱਧ ਨਹੀਂ ਦੇ ਸਕਦਾ। ਇਸ ਕਰਕੇ ਜਿਹੜੇ ਭਗਤ ਨੇ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਨੇ, ਪਰਮੇਸ਼ਰ ਨਾਲ ਜੁੜਦੇ ਨੇ, ਜਾਂ ਉਸ ਦੇ ਭਗਤਾਂ ਦੇ ਨਾਲ ਜੁੜਦੇ ਨੇ। ਅਤੇ ਜਿਹੜੇ ਦੂਜੇ ਜੀਵ ਨੇ ਉਹ ਸਿਰਫ ਸਰੀਰਾਂ ਨਾਲ ਜੁੜਦੇ ਨੇ। ਜਿਹੜੇ ਦੂਜੇ ਨੇ ਉਹ ਗੁਰ ਦੇ ਗਿਆਨ ਦੇ ਨਾਲ ਜੁੜਦੇ ਨੇ, ਜਿੱਥੋਂ ਆਪਾਂ ਨੂੰ ਫਲ ਮਿਲਣਾ ਹੈ। ਗਊ ਚਰ ਸਿੰਘ ਪਾਸ਼ਾ ਪਾਵੈ।
ਤੇ ਦੱਸਦੇ ਨੇ ਗਊ ਹੈ। ਗਊ ਕੀ ਹੈ ਕਿ ਜਿਹੜੇ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਭਗਤ ਜਨ ਹੁੰਦੇ ਨੇ, ਜਿਵੇਂ ਗਾਂ ਹੈ, ਗਾਂ ਇਹ ਨਹੀਂ ਦੇਖਦੀ ਉਸ ਦਾ ਕੰਮ ਕੀ ਹੈ, ਦੁੱਧ ਦੇਣਾ। ਉਹ ਨਹੀਂ ਦੇਖਦੀ ਵੀ ਦੁੱਧ ਕੌਣ ਪੀਂਦਾ ਹੈ, ਕਿਸ ਨੇ ਪੀਣਾ ਹੈ, ਕਿਉਂਕਿ ਉਸ ਦੇ ਵਾਸਤੇ ਕੋਈ ਮਾੜਾ ਚੰਗਾ ਨਹੀਂ ਹੈ। ਉਸਨੇ ਦੁੱਧ ਦੇ ਦੇਣਾ ਹੈ ਤੇ ਕੌਣ ਪੀਂਦਾ ਹੈ ਉਸਨੇ ਨਹੀਂ ਸੋਚਣਾ। ਇੱਦਾਂ ਹੀ ਜਿਹੜੇ ਗੁਰਮੁਖ ਜਨ ਨੇ, ਸਾਧੂ ਜਨ ਨੇ, ਉਹਨਾਂ ਨੇ ਗਿਆਨ ਵੰਡਣਾ ਹੁੰਦਾ ਹੈ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਕੌਣ ਗਿਆਨ ਲਵੇ ਕੌਣ ਨਾ ਲਵੇ। ਜਿਵੇਂ ਆਪਾਂ ਹੁਣ ਵਿਚਾਰ ਕਰਦੇ ਹਾਂ ਫੇਸਬੁੱਕ 'ਤੇ, ਕੋਈ ਵੀ ਸੁਣ ਸਕਦਾ ਹੈ। ਆਪਾਂ ਕੋਈ ਇਹ ਨਹੀਂ ਵੀ ਇਹ ਸੁਣੇ ਇਹ ਨਾ ਸੁਣੇ, ਇਸ ਨੂੰ ਇਹ ਨਹੀਂ ਗਿਆਨ ਦੇਣਾ। ਇੱਦਾਂ ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਦਾ ਜਿਹੜਾ ਆਦਤ ਹੈ ਕਿ ਉਹਨਾਂ ਵਾਸਤੇ ਕੋਈ ਮਾੜਾ ਚੰਗਾ ਨਹੀਂ ਹੁੰਦਾ, ਕੋਈ ਬੁਰਾ ਨਹੀਂ ਹੁੰਦਾ। ਉਹ ਕਿਸੇ ਦਾ ਸ਼ਿਕਾਰ ਨਹੀਂ ਕਰਦੇ, ਉਹਨਾਂ ਦਾ ਕੰਮ ਹੁੰਦਾ ਹੈ ਦੇਣਾ। ਤੇ ਦੂਜੇ ਪਾਸੇ ਸ਼ੇਰ ਹੁੰਦਾ ਹੈ। ਸ਼ੇਰ ਦਾ ਕੰਮ ਹੁੰਦਾ ਹੈ ਖਾਣਾ। ਉਸਨੇ ਦੁੱਧ ਦੇ ਕੇ ਜੀਵਾਂ ਨੂੰ ਪਾਲਦਾ ਹੈ, ਉਹ ਪਲੇ ਹੋਇਆਂ ਨੂੰ ਖਾਂਦਾ ਹੈ। ਇਸ ਕਰਕੇ ਜਿਹੜੇ ਸਾਕਤ ਨੇ ਲੋਕ, ਉਹ ਲੋਕ ਹਰੀ ਦੇ ਜਨਾਂ ਦਾ ਸੰਗ ਨਹੀਂ ਕਰਦੇ ਤੇ ਉਹਨਾਂ ਦਾ ਸੰਗ ਕਰਦੇ ਨੇ ਜਿਹੜੇ ਉਹਨਾਂ ਨੂੰ ਲੁੱਟਦੇ ਨੇ। ਜਿਵੇਂ ਸ਼ੇਰ ਮਾਸ ਖਾਂਦਾ ਹੈ, ਜਿਹੜੇ ਲੋਕਾਂ ਦੀ ਕਮਾਈ ਖਾਂਦੇ ਨੇ, ਠੱਗੀਆਂ ਮਾਰਦੇ ਨੇ, ਐਸੇ ਜਨਾਂ ਦਾ ਸੰਗ ਸਾਕਤ ਕਰਦੇ ਨੇ। ਤੇ ਹਰੀ ਦਾ ਜਨ ਇੱਕ ਗਾਂ ਦੀ ਨਿਆਈ ਹੈ, ਉਹ ਕੁਛ ਦਿੰਦਾ ਹੈ, ਲੈਂਦਾ ਨਹੀਂ। ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਜਿਹੜਾ ਸਾਕਤ ਨੇ ਉਹ ਨਹੀਂ ਦੇਖਦੇ, ਉਹ ਚੰਗੇ ਪਾਸੇ ਨਹੀਂ ਚੱਲ ਸਕਦੇ, ਉਹ ਹਰੀ ਦੇ ਜਨਾਂ ਦਾ ਸੰਗ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਮਾੜੇ ਪਾਸੇ ਚੱਲਣਾ ਹੈ। ਉਸ ਸ਼ੇਰਾਂ ਪਿੱਛੇ ਜਾਂਦੇ ਨੇ, ਸਿਰ ਖਾ ਜਾਂਦੇ ਨੇ। ਗਾ ਡਰ ਲੈ ਕਾਮ ਤੇਨ ਕਰ ਪੂਜੀ। ਹੁਣ ਸਮਝਾਉਂਦੇ ਨੇ ਕਿ ਹੁਣ ਸੰਸਾਰ ਦੇ ਵਿੱਚ ਕੀ ਹੈ ਕਿ ਗਾਂ ਦਾ ਡਰ ਹੈ ਬਹੁਤ ਲੋਕਾਂ ਨੂੰ। ਗਾਂ ਨੂੰ ਮਾਤਾ ਸਮਝਦੇ ਨੇ। ਸਾਕਤ ਲੋਕ ਗਾਂ ਦੀ ਪੂਜਾ ਕਰਦੇ ਨੇ। ਕਿਉਂ ਪੂਜਾ ਕਰਦੇ ਨੇ? ਕਿ ਗਾਂ ਨੂੰ ਕਾਮ ਤੇਨ ਸਮਝਦੇ ਨੇ ਵੀ ਜਿਹੜੀ ਗਾਂ ਹੈ ਇਹ ਕਾਮ ਤੇਨ ਹੈ। ਕਿਉਂਕਿ ਪਹਿਲਾਂ ਜਿਹੜੇ ਵੇਦ ਨੇ ਉਹਨਾਂ ਦੇ ਵਿੱਚ ਦੋ ਨਾਮ ਵਰਣਨ ਆਉਂਦਾ ਹੈ। ਇੱਕ ਆਉਂਦਾ ਹੈ ਪਾਰਜਾਤ ਰੁੱਖ ਤੇ ਇੱਕ ਆਉਂਦਾ ਹੈ ਕਾਮਤੇਨ ਗਾਂ। ਪਾਰਜਾਤ ਰੁੱਖ ਉਹ ਕਹਿੰਦੇ ਨੇ ਵੀ ਜੋ ਉਸ ਤੋਂ ਮੰਗਦਾ ਹੈ ਪਾਰਜਾਤ ਰੁੱਖ ਤੋਂ ਉਹ ਪ੍ਰਾਪਤ ਹੁੰਦਾ ਹੈ। ਇੱਦਾਂ ਹੀ ਕਾਮਤੇਨ ਗਾਂ ਹੈ ਜਿਸ ਤੋਂ ਸਾਰੇ ਪਦਾਰਥ ਪ੍ਰਾਪਤ ਹੁੰਦੇ ਨੇ। ਜਿਵੇਂ ਆਪਾਂ ਪਹਿਲਾਂ ਹੀ ਵਿਚਾਰਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਮਤੇਨ ਕੌਣ ਹੈ। ਤੇ ਗੁਰੂ ਸਾਹਿਬਾਨਾਂ ਨੇ ਫਿਰ ਸਮਝਾਇਆ ਕਿ ਜਿਹੜਾ ਪਾਰਜਾਤ ਹੈ ਉਹ ਹਰੀ ਦਾ ਨਾਮ ਹੈ ਤੇ ਜਿਹੜੀ ਕਾਮਤੇਨ ਹੈ ਉਹ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ। ਪਾਰਜਾਤ ਇਹ ਹਰ ਕੋ ਨਾਮ, ਕਾਮਤੇਨ ਹਰ ਹਰ ਗੁਣ ਗਮ। ਜਿਹੜੇ ਹਰੀ ਦੇ ਗੁਣ ਗਾਉਂਦੇ ਨੇ, ਜਿਹੜੇ ਸਭ ਤੋਂ ਉੱਤਮ ਹਰੀ ਦੀ ਕਥਾ ਕਰਦੇ ਨੇ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਉਹ ਜੀਵ ਜਿਹੜੇ ਹਰੀ ਦਾ ਗਿਆਨ ਦਿੰਦੇ ਨੇ, ਹਰੀ ਦੀ ਕਥਾ ਕਰਦੇ ਨੇ, ਉਹ ਕਾਮਤੇਨ ਨੇ। ਜਿਹਨੂੰ ਸੁਣ ਕੇ ਮਨ ਦਾ ਡਰ ਖਤਮ ਹੁੰਦਾ ਹੈ। ਲੇਕਿਨ ਉਹ ਜੀਵ ਗਾਂ ਨੂੰ ਪੂਜਦੇ ਨੇ, ਕਾਮਤੇਨ ਸਮਝ ਕੇ ਗਾਂ ਦੀ ਪੂਜਾ ਕਰਦੇ ਨੇ, ਗਾਂ ਨੂੰ ਮਾਤਾ ਸਮਝਦੇ ਨੇ। ਇਸ ਕਰਕੇ ਸਮਝਾਉਂਦੇ ਨੇ ਗਾਂ ਡਰ ਲੈ ਕਾਮਤੇਨ ਕਰ ਪੂਜੀ, ਵੀ ਉਸ ਨੂੰ ਕਾਮਤੇਨ ਸਮਝ ਕੇ ਪੂਜਾ ਕਰਦੇ ਨੇ। ਸੌਦੇ ਕੋ ਧਾਵੈ
ਬਿਨ ਪੂੰਜੀ। ਤੇ ਦੱਸਦੇ ਨੇ ਵੀ ਬਿਨਾਂ ਪੂੰਜੀ ਸੌਦੇ ਨੂੰ ਜਾਂਦੇ ਨੇ। ਪੂੰਜੀ ਕੀ ਹੈ? ਜਿਵੇਂ ਆਪਾਂ ਜਾਈਏ ਦੁਕਾਨ ਤੋਂ ਕੁਛ ਲੈਣ, ਪੈਸੇ ਨਾ ਹੋਣ ਤੇ ਸੌਦਾ ਸਾਨੂੰ ਨਹੀਂ ਮਿਲਦਾ। ਇੱਦਾਂ ਹੀ ਜਿਹੜਾ ਸੰਤਾਂ ਦੇ ਕੋਲ ਮਾਲਕ ਨੇ ਉਹ ਸੌਦਾ ਰੱਖਿਆ ਹੈ, ਸੱਚਾ ਸੌਦਾ ਜਿਸ ਨੂੰ ਕਹਿੰਦੇ ਹਾਂ, ਉਸ ਦੇ ਵਾਸਤੇ ਫਿਰ ਸਾਨੂੰ ਕੁਛ ਪੂੰਜੀ ਦੇਣੀ ਪੈਂਦੀ ਹੈ, ਕਿਉਂਕਿ ਸੰਤਾਂ ਦੇ ਕੋਲ ਮਾਲਕ ਨੇ ਉਹ ਪੂੰਜੀ ਰੱਖੀ ਹੈ, ਅਨਹਦ ਬਾਣੀ ਦੀ ਪੂੰਜੀ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ। ਉਹ ਅਨਹਦ ਬਾਣੀ ਜਿਹੜੀ ਹੈ ਉਸ ਦੇ ਵਾਸਤੇ ਸਾਨੂੰ ਕੁਛ ਦੇਣਾ ਪੈਂਦਾ ਹੈ। ਕੀ ਦੇਣਾ ਪੈਂਦਾ ਹੈ? ਕਿਉਂਕਿ ਨਾਮ ਜੋ ਹੈ ਅਮੁੱਲ ਹੈ, ਅਮੁੱਲ ਵਸਤੂ ਹੈ, ਤੇ ਜਿਹੜੇ ਇਸ ਖਜ਼ਾਨੇ ਦੇ ਵਪਾਰੀ ਨੇ, ਇਸ ਮਾਲ ਦੇ ਵਪਾਰੀ ਨੇ, ਰਾਸ਼ੀ ਦੇ ਵਪਾਰੀ ਨੇ, ਉਹ ਵੀ ਅਮੁੱਲ ਹੈ, ਤੇ ਉਸ ਦੇ ਵਾਸਤੇ ਸਾਡੇ ਕੋਲ ਵੀ ਅਮੁੱਲ ਹੈ। ਅਮੁੱਲ ਕੀ ਹੈ? ਮਨ। ਤੇ ਮਨਮੁੱਖਾਂ ਨੂੰ ਮਨ ਦਾ ਪਤਾ ਹੀ ਨਹੀਂ ਵੀ ਮਨ ਕੀ ਹੈ, ਮਨ ਨੂੰ ਕਿਵੇਂ ਸੌਂਪਣਾ ਹੈ। ਇਸ ਕਰਕੇ ਉਹਨਾਂ ਨੂੰ ਸੌਦਾ ਨਹੀਂ ਮਿਲਦਾ, ਕਿਉਂਕਿ ਸੰਸਾਰਿਕ ਧਨ ਦੇ ਨਾਲ ਸੌਦਾ ਨਹੀਂ ਮਿਲਦਾ। ਜੋ ਨਾਮ ਹੈ, ਸੰਸਾਰਿਕ ਸੌਦਾ ਤਾਂ ਮਿਲ ਸਕਦਾ ਹੈ, ਲੇਕਿਨ ਨਾਮ ਹੈ ਜੋ ਸਾਧੂ ਜਨ ਹਰੀ ਦੇ 10 ਚੱਲਦੇ ਨੇ, ਉਹ ਕਿਸੇ ਵੀ ਕੀਮਤ 'ਤੇ ਨਹੀਂ ਮਿਲਦਾ। ਆਪਾਂ ਕੱਲ੍ਹ ਪਰਸੋਂ ਵੀ ਵਿਚਾਰ ਰਹੇ ਸੀ ਕਿ ਸਿਰਫ ਆਪਾਂ ਮਨ ਦੇ ਕੇ ਹੀ ਉਸ ਨੂੰ ਲੈ ਸਕਦੇ ਹਾਂ। ਕੰਚਨ ਸਿਉ ਪਾਈਐ ਨਹਿ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੋਲ ਨਾ ਪਾਈਐ ਗੁਣ ਅਮੋਲ। ਕਿਸੇ ਮੁੱਲ ਤੇ ਨਹੀਂ ਪਾਉਂਦੇ, ਕਿਉਂਕਿ ਅਮੁੱਲ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵ ਹੈ, ਅਮੁੱਲ ਲੈ ਜਾਹੇ, ਅਮੁੱਲ ਪਾਏ, ਅਮੁੱਲਾ ਸਮਾਹੇ। ਅਮੁੱਲ ਹੈ, ਲੇਕਿਨ ਉਹਨਾਂ ਨੂੰ ਪਤਾ ਨਹੀਂ। ਇਸ ਕਰਕੇ ਉਹ ਨਾ ਤਾਂ ਇਹ ਪਤਾ ਵੀ ਸੌਦਾ ਕਿੱਥੋਂ ਮਿਲਣਾ ਹੈ, ਕਿਉਂਕਿ ਵੇਦ ਪੜ੍ਹਦਾ ਨਹੀਂ ਹੈ, ਵੇਦਾਂ ਨੂੰ ਸਮਝਦਾ ਨਹੀਂ। ਜੇ ਪੜ੍ਹਦਾ ਹੈ ਤ੍ਰੈ ਗੁਣਾਂ ਦੇ ਵਿੱਚ ਪੜ੍ਹਦਾ ਹੈ। ਜਿਹੜੇ ਹਰੀ ਦੇ ਜਨ ਨੇ ਉਹ ਵੇਦਾਂ ਨੂੰ ਚੌਥੇ ਪਦ ਦੇ ਵਿੱਚ ਪੜ੍ਹਦੇ ਨੇ। ਇਸ ਕਰਕੇ ਉਹਨਾਂ ਨੂੰ ਸੌਦਾ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਸੌਦਾ ਤਾਂ ਹੀ ਮਿਲੇਗਾ ਜੇ ਅਸੀਂ ਆਪਣੀ ਅਮੁੱਲ ਵਸਤੂ ਮਨ ਸੌਂਪਾਂਗੇ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਨਾਨਕ ਰਾਮ ਨਾਮ ਜਪ ਚੀਤ, ਸਿਮਰ ਸੁਆਮੀ ਹਰ ਸਾਮੀਤ। ਤੇ ਸਮਝਾਉਂਦੇ ਨੇ ਵੀ ਜਿਹੜੇ ਹਰੀ ਦੇ ਜਨ ਨੇ ਉਹ ਕੀ ਕਰਦੇ ਨੇ, ਉਹ ਰਾਮ ਨਾਮ ਨੂੰ ਚਿੱਤ ਦੇ ਵਿੱਚ ਉਸ ਦਾ ਜਪ ਕਰਦੇ ਨੇ, ਕਿਉਂਕਿ ਮਾਲਕ ਕਿੱਥੇ ਹੈ? ਸਾਡੇ ਹਿਰਦੇ ਵਿੱਚ ਵਸਦਾ ਹੈ, ਮਨ ਦੇ ਵਿੱਚ ਵਸਦਾ ਹੈ, ਗੁਪਤ ਹੈ, ਪ੍ਰਗਟ ਹੁੰਦਾ ਹੈ। ਫਿਰ ਜਾ ਕੇ ਉਹ ਸਾਡਾ ਮਿੱਤਰ ਬਣ ਜਾਂਦਾ ਹੈ। ਸਿਮਰ ਸੁਆਮੀ ਹਰ ਸਾ ਮੀਤ, ਕਿਉਂਕਿ ਸਾਡਾ ਮਿੱਤਰ ਕੌਣ ਹੈ? ਹਰੀ, ਉਹ ਸੁਆਮੀ, ਜੋ ਕਿ ਗੁਪਤ ਹੈ, ਹਿਰਦੇ ਵਿੱਚ ਫਿਰ ਪ੍ਰਗਟ ਹੋ ਜਾਂਦਾ ਹੈ। ਪਰ ਪ੍ਰਗਟ ਕਦੋਂ ਹੁੰਦਾ ਹੈ? ਜਦੋਂ ਅਸੀਂ ਗੁਰ ਲੈਂਦੇ ਹਾਂ, ਗੁਰ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਤੇ ਆਪਾਂ ਸਮਰਪਿਤ ਕਰਦੇ ਹਾਂ, ਆਪਣੀ ਗਿਆਨ ਛੱਡਦੇ ਹਾਂ ਤੇ ਫਿਰ ਗੁਰ ਦਾ ਹੁਕਮ ਮੰਨਦੇ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਤੇ ਇਸ ਕਰਕੇ ਆਪਾਂ ਨੂੰ ਸਮਝਾਉਂਦੇ ਨੇ ਕਿ ਫਿਰ ਜੀਵ ਜਿਹੜੇ ਗਿਆਨ ਲੈਂਦੇ ਨੇ ਉਹ ਫਿਰ ਉਸ ਨੂੰ ਜਾਣਦੇ ਨੇ, ਕਿਉਂਕਿ ਗੁਪਤ ਵਰਤ ਰਿਹਾ ਹੈ। ਕਲਯੁਗ ਦੇ ਵਿੱਚ ਕੋਈ ਵੀ ਜੀਵ ਐਸਾ ਨਹੀਂ ਜੋ ਉਸ ਤੋਂ ਖਾਲੀ ਹੈ, ਕਿਉਂਕਿ ਪਹਿਲਾਂ ਕਿਸੇ ਯੁੱਗ ਵਿੱਚ ਵੀ ਨਹੀਂ ਸੀ, ਲੇਕਿਨ ਉਹਨਾਂ ਯੁੱਗਾਂ ਦੇ ਵਿੱਚ ਇੰਨਾ ਸੌਖਾ ਨਹੀਂ ਸੀ ਪ੍ਰਭੂ ਨੂੰ ਮਿਲਣਾ ਜਿੰਨਾ ਸੌਖਾ ਕਲਯੁਗ ਦੇ ਵਿੱਚ ਕੀਤਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨ ਕੈ ਹਿਰਦੈ ਪ੍ਰਗਟਿਆ,
ਜੋ ਗੁਰ ਸਰਨਾਈ ਭਜ ਪਿਆ। ਜਿਹੜਾ ਗੁਰ ਦੀ ਸ਼ਰਨ ਜਾਏਗਾ ਉਹਦੇ ਨਾਮ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ। ਨਾਮ ਹੈ ਪ੍ਰਕਾਸ਼। ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਪਰਮੇਸ਼ਰ ਵੀ ਪ੍ਰਕਾਸ਼, ਉਸਦਾ ਨਾਮ ਵੀ ਪ੍ਰਕਾਸ਼, ਅਤੇ ਉਹਦੇ 'ਤੇ ਆ ਕੇ ਸਾਡਾ ਮਨ ਵੀ ਪ੍ਰਕਾਸ਼ ਹੋ ਜਾਂਦਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹਾਉ ਪੰਕਤੀਆਂ ਨੇ। ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ। ਬਈ ਹਰੀ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਉਹਨਾਂ ਦਾ ਆਸਰਾ ਤੱਕ, ਉਹਨਾਂ ਨੂੰ ਗੁਰ ਦੀ ਓਟ ਲੈ, ਗੁਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਾ। ਹਰੀ ਦੇ ਚਰਨ ਕੀ ਨੇ? ਜੋ ਗੁਰ ਦਾ ਗਿਆਨ ਹੈ। ਪਹਿਲਾਂ ਗੁਰ ਦੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾ ਲਾ, ਗੁਰ ਦੀ ਟੇਕ ਰੱਖ। ਹਰ ਕੇ ਚਰਨ ਹਿਰਦੈ ਕਰ ਟੇਕ, ਕਰ ਓਠ, ਉਹਦਾ ਆਸਰਾ ਲੈ, ਗੁਰ ਦਾ ਆਸਰਾ ਲੈ। ਜਨਮ ਮਰਨ ਤੇ ਹੋਵਤ ਛੋਟ, ਤੇਰਾ ਜਨਮ ਮਰਨ ਤੋਂ ਤੇਰਾ ਛੁਟਕਾਰਾ ਹੋ ਜਾਏਗਾ ਜਦੋਂ ਤੂੰ ਹਰੀ ਦੇ ਚਰਨਾਂ ਦਾ ਓਟ ਆਸਰਾ ਲਏਗਾ, ਗੁਰ ਦਾ ਓਟ ਆਸਰਾ ਲਏਗਾ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਵੀ ਜਿਹੜਾ ਰਾਮ ਰਸਾਇਣ ਨੂੰ ਪੀਂਦਾ ਹੈ, ਰਾਮ ਦੇ ਰਸ ਨੂੰ ਜਿਹੜਾ ਪੀਂਦਾ ਹੈ। ਰਾਮ ਰਸ ਦਾ ਪੀਣਾ ਕਿਆ ਹੈ? ਪ੍ਰਭੂ ਦੀ ਸਿਫਤ ਸਲਾਹ ਕਰਨੀ, ਰਸਨਾ ਦੁਆਰਾ ਉਸਦੇ ਗੁਣ ਗਾਉਣੇ। ਪਰ ਕਦੋਂ? ਜਦੋਂ ਆਪ ਮਾਲਕ ਇੱਕ ਖਜ਼ਾਨਾ ਦਿੰਦਾ ਹੈ। ਉਹ ਫਿਰ ਜਿਹੜਾ ਉਸ ਰਾਮ ਦੇ ਰਸ ਦੇ ਵਿੱਚ ਰੱਤ ਕੇ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹ ਨਿਰਮਲ ਗਿਆਨ ਦਿੰਦਾ ਹੈ। ਉਸ ਦੀ ਧੀਰਜ ਜਿਹੜੀ ਮੱਤ ਹੈ ਉਹ ਨਿਰਮਲ ਮੱਤ ਹੈ, ਨਿਰਮਲ ਗਿਆਨ ਦਿੰਦਾ ਹੈ। ਉਹ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾਉਂਦਾ ਹੈ, ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾਉਂਦਾ ਹੈ। ਉਸ ਨੂੰ ਨਿਰਮਲ ਕਿਹਾ ਹੈ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਉਹ ਫਿਰ ਤਾਂ ਨਿਰਮਲ ਹੈ ਜਿੱਥੇ ਪਾਪ ਨਹੀਂ ਉਪਜਦਾ, ਕਿਉਂਕਿ ਤਨ ਆਪਣਾ 10 ਦੁਆਰਾਂ ਦਾ ਹੈ। 10ਵੇਂ ਦੁਆਰ ਦੇ ਵਿੱਚ ਪਾਪ ਨਹੀਂ ਹੈ। ਇਸ ਕਰਕੇ ਸਾਡਾ 9 ਦੁਆਰਾਂ ਦਾ ਸਰੀਰ ਕਦੇ ਨਿਰਮਲ ਨਹੀਂ ਹੋ ਸਕਦਾ। ਸਾਡਾ 10ਵਾਂ ਦੁਆਰ ਨਿਰਮਲ ਹੈ। ਮਨ 10ਵੇਂ ਦੁਆਰ 'ਚ ਕਿਉਂ ਨਹੀਂ ਜਾਂਦਾ? ਕਿਉਂਕਿ ਮਨ ਵੀ ਮੈਲਾ ਹੈ। 9 ਦਰਾਂ 'ਤੇ ਪਿਆਰ ਪਾਈ ਬੈਠਾ ਹੈ। 9 ਦਰਾਂ ਨੂੰ ਹੀ ਸਵਾਰੀ ਜਾਂਦਾ ਹੈ, ਧੋਈ ਜਾਂਦਾ ਹੈ, ਸ਼ਿੰਗਾਰੀ ਜਾਂਦਾ ਹੈ। ਲੇਕਿਨ 9 ਦਰਾਂ ਕਦੇ ਵੀ ਸਾਡੇ ਨਿਰਮਲ ਨਹੀਂ ਹੋ ਸਕਦੇ। 10ਵਾਂ ਦੁਆਰ ਸਾਡਾ ਜਿੱਥੇ ਨਿਰਮਲ ਹੈ, ਉੱਥੇ ਬੈਠ ਕੇ ਫਿਰ ਆਪਾਂ ਪ੍ਰਭੂ ਦੀ ਸਿਫਤ ਸਲਾਹ ਕਰਦੇ, ਜਿਸ ਨੂੰ ਸੱਚਾ ਕਰਕੇ ਆ ਹੈ, ਪਵਿੱਤਰ ਕਰ ਹੈ, ਜਿਹਦੇ ਵਰਗਾ ਹੋਰ ਦੂਜਾ ਸੰਸਾਰ 'ਚ ਨਹੀਂ ਹੈ। ਇਸ ਕਰਕੇ ਮੇਰਾ ਸਮਝਾਉਂਦੇ ਨੇ ਉੱਥੇ ਪਾਪ ਨਹੀਂ ਹੈ। 9 ਦੁਆਰਾਂ 'ਤੇ ਪਾਪ ਹੈ। ਰਾਮ ਰੰਗ ਨਿਰਮਲ ਪ੍ਰਤਾਪ, ਉੱਥੇ ਮਨ ਫਿਰ ਰਾਮ ਦੇ ਰੰਗ ਦੇ ਵਿੱਚ ਰਤਿਆ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਕਿਉਂਕਿ ਪ੍ਰਭੂ ਦਾ ਪ੍ਰਤਾਪ ਹੀ ਐਸਾ ਹੈ, ਜਿਹੜਾ ਮਨ ਉੱਥੇ 10ਵੇਂ ਦੁਆਰ 'ਚ ਚਲੇ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਤਾ ਹੈ। ਕਿਉਂਕਿ ਉੱਥੇ ਮੈਲ ਹੈ ਹੀ ਨਹੀਂ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਸਾਧ ਸੰਗ ਮਿਟ ਜਾਤ ਬੇਕਾਰ। ਜਦੋਂ ਸਾਧੂ ਜਨਾਂ ਦਾ ਸੰਗ ਕਰਦੇ ਨੇ, ਉਹ ਫਿਰ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਹੈ। ਸਾਧੂ ਦਾ ਸੰਗ ਇਹ ਨਹੀਂ ਕੋਈ ਸਰੀਰ ਦੇ ਨਾਲ ਆਪਾਂ ਜਾ ਕੇ ਮਿਲਿਆ ਏ, ਇੰਨੇ ਨਾਲ ਸਾਧੂ ਦਾ ਸੰਗ ਨਹੀਂ ਹੈ। ਆਪਾਂ ਪਹਿਲਾਂ ਹੀ ਵਿਚਾਰ ਕੀਤੀ ਹੈ
ਕਿ ਸਾਧੂ ਜਨਾਂ ਦੇ ਨਾਲ ਬੈਠ ਕੇ ਉਹ ਕਿਰਿਆ ਕਰਦੇ ਹਾਂ ਆਪਾਂ, ਜਿਸ ਦੁਆਰਾ ਮਨ ਨੂੰ ਧੋਣਾ ਹੈ। ਗੁਰ ਦੀ ਸੇਵਾ, ਕਿਉਂਕਿ ਮਨ ਦਾ ਧੋਣਾ ਹੈ ਗੁਰ ਦੀ ਸੇਵਾ। ਸਾਚਾ ਨਾਵਣ ਗੁਰ ਕੀ ਸੇਵਾ। ਤੇ ਗੁਰ ਦੀ ਸੇਵਾ ਕਰਦੇ ਹਾਂ। ਸਾਧੂ ਜਨ ਸਾਨੂੰ ਗਿਆਨ ਦਿੰਦੇ ਨੇ, ਮਨ ਦੀ ਜੋਤ ਪ੍ਰਗਟ ਕਰਦੇ ਨੇ, ਤੇ ਫਿਰ ਮਨ ਦੇ ਵਿਕਾਰ ਕੱਟੇ ਜਾਂਦੇ ਨੇ। ਸਭ ਤੇ ਊਚ ਇਹੋ ਉਪਕਾਰ, ਇਹ ਸਭ ਤੋਂ ਉੱਚਾ ਉਪਕਾਰ ਹੈ। ਆਪਣੇ ਵਾਸਤੇ ਜੇ ਆਪਾਂ ਆਪਣਾ ਸਭ ਤੋਂ ਵੱਡਾ ਭਲਾ ਚਾਹੁੰਦੇ ਹਾਂ, ਆਪਣਾ ਉਪਕਾਰ ਚਾਹੁੰਦੇ ਹਾਂ, ਫਿਰ ਸਾਧੂ ਜਨਾਂ ਦਾ ਸੰਗ ਕਰਕੇ ਆਪਾਂ ਮਨ ਦੇ ਵਿਕਾਰਾਂ ਨੂੰ ਕੱਟਣਾ ਹੈ, ਮਨ ਦਾ ਇਸ਼ਨਾਨ ਕਰਨਾ ਹੈ, ਮਨ ਨੂੰ ਦੇ ਵਿਕਾਰ ਜੋ ਮੈਲ ਲੱਗੀ ਹੈ ਉਸ ਨੂੰ ਧੋਣਾ ਹੈ, ਉਸ ਪ੍ਰਭੂ ਦੇ ਗੁਣ ਸੁਣਨੇ ਨੇ, ਗਿਆਨ ਨੂੰ ਲੈਣਾ ਹੈ, ਮਨ ਦੀ ਜੋਤ ਨੂੰ ਪ੍ਰਗਟ ਕਰਨਾ ਹੈ। ਕਿਉਂਕਿ ਮਨ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਨੂੰ ਕੋਈ ਪਕੜ ਨਹੀਂ ਸਕਦਾ, ਪ੍ਰਕਾਸ਼ ਨੂੰ ਕੋਈ ਕੈਦ ਨਹੀਂ ਕਰ ਸਕਦਾ। ਅਸਥੂਲ ਨੂੰ ਪਕੜਿਆ ਜਾਂਦਾ ਹੈ, ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਸਮਾ ਜਾਂਦਾ ਹੈ। ਪ੍ਰੇਮ ਭਗਤ ਰਾਤੇ ਗੋਪਾਲ, ਜਿਹੜੇ ਪ੍ਰਭੂ ਦੇ ਭਗਤੀ ਦੇ ਵਿੱਚ, ਕਿਹੜੀ ਭਗਤੀ? ਪ੍ਰੇਮ ਭਗਤੀ। ਜਿਹੜੇ ਉਸ ਪ੍ਰਭੂ ਦੇ ਨਾਲ ਪ੍ਰੇਮ ਕਰਦੇ ਨੇ ਉਹਦੇ 'ਚ ਰੱਤੇ ਜਾਂਦੇ ਨੇ। ਨਾਨਕ ਜਾਚੈ ਸਾਧਰਵਾਲ, ਵੀ ਐਸੇ ਸਾਧੂ ਜਨਾਂ ਦੀ ਸਾਨੂੰ ਬਚਨ ਮਿਲਣ ਵਾਲ ਤੋੜੀ ਹੁੰਦੀ ਬਚਨ। ਪਰ ਐਸੇ ਸਾਧੂ ਜਨ ਦਾ ਸਾਨੂੰ ਬਚਨ ਮੰਗਦੇ ਹਾਂ ਅਸੀਂ, ਜਿਹੜੇ ਉਸ ਦੇ ਪ੍ਰੇਮ ਦੇ ਵਿੱਚ, ਉਸ ਦੇ ਵਿੱਚ ਰੱਤੇ ਹੋਏ ਨੇ। ਐਸੇ ਜਨਾਂ ਦਾ ਸੰਗ ਕਰਕੇ, ਗਿਆਨ ਲੈ ਕੇ, ਗੁਰ ਨੂੰ ਕਮਾ ਕੇ ਮਨ ਦੇ ਵਿਕਾਰ ਕੱਟੇ ਜਾਂਦੇ ਹਨ। ਤੇ ਸਭ ਤੋਂ ਵੱਡਾ ਉਪਕਾਰ ਹੈ ਇਹ, ਕਿਉਂਕਿ ਜਿਹੜੇ ਪ੍ਰਭੂ ਦੇ ਜਨ ਨੇ ਉਹਨਾਂ ਦਾ ਕੰਮ ਹੁੰਦਾ ਹੈ ਪਰਉਪਕਾਰ ਕਰਨਾ। ਕਿਹੜਾ ਪਰਉਪਕਾਰ ਕਰਨਾ ਹੁੰਦਾ ਹੈ? ਕਿ ਪਰਮੇਸ਼ਰ ਦੇ ਨਾਲ ਮਿਲਾਉਣਾ, ਜੀ ਨੂੰ, ਮਨ ਨੂੰ ਕਿਵੇਂ ਭਗਤੀ ਚ ਲਾਉਣਾ ਹੈ, ਉਹਨਾਂ ਦਾ ਕੰਮ ਹੈ। ਲੇਕਿਨ ਆਪਾਂ ਉਸ ਗਿਆਨ ਨੂੰ ਲੈਣਾ ਹੈ, ਕਿਉਂਕਿ ਜੇ ਆਪਾਂ ਲੈਣ ਨਹੀਂ ਜਾਂਦੇ ਤੇ ਉਹ ਕਿਵੇਂ ਦੇਣਗੇ? ਜੇ ਅਸੀਂ ਗ੍ਰਾਹਕ ਨਹੀਂ ਹੋਵਾਂਗੇ ਤੇ ਸਾਨੂੰ ਸੌਦਾ ਕਿਵੇਂ ਮਿਲੇਗਾ? ਜੇ ਦੇਣਾ ਵੀ ਚਾਹਾਂਗੇ ਤੇ ਵਿਅਰਥ ਚਲੇ ਜਾਏਗਾ। ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਵਿਕਾਏ। ਇਸ ਕਰਕੇ ਆਪਾਂ ਉਪਕਾਰ ਕੀ ਕਰਨਾ ਕਿ ਸਾਧੂ ਜਨਾਂ ਦਾ ਸੰਗ ਕਰਕੇ ਸਿਰਫ ਸੁਣਨਾ ਹੀ ਨਹੀਂ, ਆਪਾਂ ਉਹ ਸਿੱਖਣਾ ਹੈ ਕਿਵੇਂ ਅਸੀਂ ਮਨ ਨੂੰ ਧੋਣਾ ਹੈ, ਕਿਵੇਂ ਆਪਣੀ ਜੋਤ ਨੂੰ ਪ੍ਰਭੂ ਦੀ ਜੋਤ 'ਚ ਮਿਲਾਉਣਾ ਹੈ, ਕਿਵੇਂ ਅਸੀਂ ਪ੍ਰਭੂ ਦੀ ਪੂਜਾ ਕਰਨੀ ਹੈ। ਜਿਹੜੀ ਸਾਨੂੰ ਦੱਸਿਆ ਹੈ ਵੀ ਜੋਤ ਦੇ ਜੋਤ ਵਿੱਚ ਜੋਤ ਨੂੰ ਮਿਲਾਉਣਾ ਪੂਜਾ ਹੈ। ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਤੇ ਤਰ੍ਹਾਂ ਸਮਝਾਉਂਦੇ ਨੇ ਸਤਿਗੁਰੂ ਜੀ ਵੀ ਐਸੇ ਜਨ ਜਿਹੜੇ ਉਸ ਪ੍ਰੇਮ ਪ੍ਰਭੂ ਦੀ ਪ੍ਰੇਮ ਭਗਤੀ ਦੇ ਵਿੱਚ ਲੀਨ ਨੇ, ਰੱਤੇ ਰਹਿੰਦੇ ਨੇ, ਸਮਾਏ ਹੋਏ ਨੇ, ਐਸੇ ਜਨਾਂ ਦੀ ਸਾਨੂੰ ਬਚਨ ਪ੍ਰਾਪਤ ਹੋਣ, ਐਸੇ ਜਨਾਂ ਦਾ ਗਿਆਨ ਸਾਨੂੰ ਪ੍ਰਾਪਤ ਹੋਵੇ, ਇਹ ਅਸੀਂ ਮੰਗਦੇ ਹਾਂ। ਫਿਰ ਮਾਲਕ ਦਇਆ ਕਰਦਾ ਹੈ, ਫਿਰ ਸਾਡਾ ਪਰਉਪਕਾਰ ਹੁੰਦਾ ਹੈ। ਮਹਾਰਾਜ ਸਮਝਾਉਂਦੇ ਨੇ ਜਿਹੜੇ ਜਨ ਨੇ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਵੀ ਉਹ ਸਾਡੇ ਮਨ ਨੂੰ ਦਾਨ ਦਿੰਦੇ ਨੇ। ਕਿਹੜਾ? ਨਾਮ ਦਾ ਦਾਨ, ਗੁਰ ਦਾ ਦਾਨ, ਤੇ ਸਾਨੂੰ ਭਗਤੀ ਚ ਲਾ ਕੇ ਹਰੀ ਦੇ ਨਾਲ ਮਿਲਾ ਲੈਂਦੇ ਨੇ। ਸੋ ਆਓ ਗੁਰੂ ਪਿਆਰਿਓ, ਹੁਣ ਨਾਲ ਆਪਾਂ ਜਿਸ ਨਾਲ ਆਪਾਂ ਪ੍ਰਭੂ ਚ ਸਮਾਉਣਾ ਹੈ, ਜਿਹੜੀ ਅਸਲੀ ਭਗਤੀ ਹੈ, ਜਿਹੜੀ ਅਸਲੀ ਸੇਵਾ ਹੈ, ਉਹ ਸੇਵਾ ਕਿਹੜੀ ਹੈ? ਨਦਰਾਂ ਦੁਆਰਾ। ਨਦਰੀ ਸਤਿਗੁਰ ਸੇਵੀ ਹੈ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੈ,
ਨਦਰੀ ਮਨ ਨਿਰਮਲ ਹੋਏ। ਜੋ ਨਦਰਾਂ ਦਾ ਕਰਮ ਹੈ, ਜਿਸ ਦੁਆਰਾ ਆਪਾਂ ਨੇਤਰਾਂ ਨੇ ਹਰੀ ਦੇ ਦਰਸ਼ਨ ਕਰਨੇ ਨੇ, ਜਿਨ੍ਹਾਂ ਨੂੰ ਆਪਾਂ ਪੜ੍ਹਦੇ ਰੋਜ਼ ਹਾਂ ਲੇਕਿਨ ਦੇਖਦੇ ਨਹੀਂ ਹਾਂ। ਪੜ੍ਹ ਆਪਾਂ ਲੈਂਦੇ ਹਾਂ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕਿਉਂਕਿ ਨਿਹਾਲ ਨਦਰਾਂ ਦੁਆਰਾ ਹੀ ਅਸੀਂ ਦੇਖ ਕੇ ਹਰੀ ਨੂੰ ਨਿਹਾਲ ਹੋਣਾ ਹੈ, ਪਰ ਦੇਖਦੇ ਅਸੀਂ ਹੈ ਨਹੀਂ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਜਿਹੜਾ ਵਿਸ ਸੰਸਾਰ ਆਪਾਂ ਸਮਝੀ ਬੈਠੇ ਹਾਂ, ਤ੍ਰੈ ਗੁਣਾ ਦਾ ਵਿਖ, ਇਹ ਹਰੀ ਦਾ ਰੂਪ ਵੀ, ਕਿਉਂਕਿ ਹਰੀ ਦੇ ਵਿੱਚ ਇਹ ਸੰਸਾਰ ਵਸਦਾ ਹੈ। ਉਸ ਦੇ ਦੋ ਰੂਪ ਨੇ, ਇੱਕ ਸਰਗੁਣ ਤੇ ਇੱਕ ਨਿਰਗੁਣ। ਹਰ ਰੂਪ ਨਦਰੀ ਆਇਆ। ਇਹ ਹਰੀ ਦਾ ਰੂਪ ਨਦਰੀ ਆਉਣਾ ਸ਼ੁਰੂ ਹੁੰਦਾ ਹੈ। ਕਿਵੇਂ ਆਉਂਦਾ ਹੈ? ਗੁਰ ਪ੍ਰਸਾਦੀ ਬੁਝਿਆ। ਗੁਰ ਲੈ ਕੇ ਜਦੋਂ ਅਸੀਂ ਕਮਾਉਂਦੇ ਹਾਂ ਤੇ ਸਾਨੂੰ ਫਿਰ ਸੋਝੀ ਆਉਂਦੀ ਹੈ, ਪ੍ਰਗਟ ਹੋ ਜਾਂਦਾ, ਅਸੀਂ ਜਾਣ ਲੈਂਦੇ ਹਾਂ, ਬੁਝ ਲੈਂਦੇ ਹਾਂ। ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਫਿਰ ਸੋਝੀ ਆਉਂਦੀ ਕਿ ਹਰੀ ਹੀ ਦੇ ਰੂਪ ਨੇ, ਇਹ ਸਾਰਾ ਹਰੀ ਆਪ ਹੀ ਹੈ, ਦੂਜਾ ਕੋਈ ਨਹੀਂ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸੱਚਾ ਗਿਆਨ, ਸੱਚਾ ਗੁਰ ਸਾਡੇ ਮਨ ਨੂੰ ਮਿਲ ਜਾਂਦਾ ਹੈ, ਫਿਰ ਇਹ ਨੇਤਰ ਜਿਹੜੇ ਅੰਧੇ ਸੀ, ਜਿਨ੍ਹਾਂ ਦੁਆਰਾ ਆਪਾਂ ਦੇਖ ਹਰੀ ਨੂੰ ਨਹੀਂ ਸੀ ਦੇਖਦੇ, ਸੰਸਾਰ ਨੂੰ ਦੇਖਦੇ ਸੀ, ਅਤੇ ਇਕੱਲੇ ਸੰਸਾਰ ਨੂੰ ਦੇਖਣ ਨਾਲ ਇਹ ਸਾਨੂੰ ਵਿਸ ਰੂਪ ਨਜ਼ਰ ਆਉਂਦਾ ਸੀ, ਵਿਖਈ। ਅਤੇ ਜਦੋਂ ਫਿਰ ਦਿਵ ਦ੍ਰਿਸ਼ਟੀ ਹੋ ਗਈ, ਦਿਵ ਦ੍ਰਿਸ਼ਟੀ ਦੇ ਨਾਲ ਅਸੀਂ ਸੰਸਾਰ ਦੇ ਨਾਲ ਨਾਲ ਉਸ ਪਰਮੇਸ਼ਰ ਨੂੰ ਵੀ ਦੇਖਣਾ ਸ਼ੁਰੂ ਕਰਤਾ, ਅਤੇ ਫਿਰ ਦੇਖਿਆ ਕਿ ਸਾਰਾ ਉਸ ਦਾ ਰੂਪ ਹੈ। ਫਿਰ ਇਹ ਦਿਵ ਦ੍ਰਿਸ਼ਟੀ ਨਾਲ ਆਪਾਂ ਜਦੋਂ ਦੇਖਦੇ ਹਾਂ, ਫਿਰ ਸੰਸਾਰ ਨੂੰ ਵੀ ਦੇਖਦੇ ਹਾਂ ਅਤੇ ਨਿਰੰਕਾਰ ਨੂੰ ਵੀ ਦੇਖਦੇ ਹਾਂ, ਪਰ ਨਿਰੰਕਾਰ ਦੇ ਵਿੱਚ ਸੰਸਾਰ ਨੂੰ ਦੇਖਦੇ ਹਾਂ। ਸੂਖਮ ਮੈਂ ਜਾਣੈ ਅਸਥੂਲ, ਸੂਖਮ ਦੇ ਵਿੱਚ ਅਸਥੂਲ ਨੂੰ ਦੇਖਦੇ ਹਾਂ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ। ਫਿਰ ਸਾਡੀ ਜਿਹੜੀ ਅਵਸਥਾ ਹੈ, ਕਿਹੜੀ ਅਵਸਥਾ ਹੈ? ਇੱਕ ਪੰਡਤ ਦੀ ਪਦਵੀ ਸਾਨੂੰ ਮਿਲਦੀ ਹੈ। ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋ ਨ ਆਵੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਫਿਰ ਇਹ ਅਵਸਥਾ ਹੈ ਜਿਹੜੀ ਪੰਡਤ ਦੀ, ਵਿਦਵਾਨ, ਜਿਸ ਨੂੰ ਮਹਾਰਾਜ ਦੱਸਦੇ ਨੇ ਕਿ ਜਿਨ੍ਹਾਂ ਨੂੰ ਫਿਰ ਆਪ ਗਿਆਨ ਦਿੰਦਾ। ਸੋ ਪੜ੍ਹਿਆ ਸੋ ਪੰਡਤ, ਬੀਨਾ ਜਿਸ ਰਾਮ ਨਾਮ ਗਲ ਹਾਰ। ਵੀ ਜਿਹਦੇ ਮਾਲਕ ਨੇ ਰਾਮ ਦੇ ਨਾਮ ਦਾ ਹਾਰ ਪਾ ਦਿੱਤਾ ਹੈ, ਉਹ ਫਿਰ ਪੜ੍ਹਿਆ ਹੈ, ਉਹ ਪੰਡਤ ਹੈ। ਸੋ ਆਓ ਹੁਣ ਆਪਾਂ ਨਦਰਾਂ ਦੁਆਰਾ ਕਿਵੇਂ ਕਰਨਾ ਹੈ ਇਸ ਨੂੰ ਸਮਝੀਏ। ਗਿਆਨ ਕਿੱਥੇ ਪਾਉਣਾ ਆਪਾਂ? ਨੇਤਰਾਂ ਦੇ ਵਿੱਚ। ਗੁਰ ਦਾ ਗਿਆਨ ਕਿੱਥੇ ਪਾਉਂਦੇ ਹਾਂ? ਆਪਣੇ ਨੇਤਰਾਂ ਦੇ ਵਿੱਚ। ਇੱਕ ਜੁਗਤੀ ਹੈ, ਇੱਕ ਗੁਰ ਹੈ, ਇਹ ਵਿਧੀ ਹੈ ਜਿਹਦੇ ਦੁਆਰਾ ਆਪਾਂ ਇੱਕ ਦ੍ਰਿਸ਼ਟ ਹੋ ਕੇ ਉਸ ਨੂੰ ਨੇੜੇ ਦੇਖ ਸਕਦੇ ਹਾਂ। ਪਹਿਲਾਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ, ਇੱਕ ਤੀਰ ਰੂਪ ਬਣਾ ਲੈਣਾ ਹੈ ਦੋਨਾਂ ਨੇਤਰਾਂ ਨੂੰ, ਅਤੇ ਇੱਥੇ ਆ ਕੇ ਆਪਣੇ ਆਪ ਨੂੰ ਥੋੜ੍ਹਾ ਜਾਣਨਾ ਹੈ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਜਿਹੜੇ ਜੀਵ ਰੋਜ਼ 'ਤੇ ਆਉਂਦੇ ਨੇ, ਉਹਨਾਂ ਦਾ ਮੁੱਖ ਉਜਲ ਹੈ, ਉਹ ਆਪਣੇ ਪ੍ਰਕਾਸ਼ ਰੂਪ ਨੂੰ ਦੇਖਦੇ ਨੇ। ਅਤੇ ਜਿਹੜਾ ਕੋਈ ਨਵਾਂ ਹੈ, ਉਸਨੇ ਇਹ ਦੇਖਣਾ ਹੈ ਕਿ ਮੈਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ। ਕਿਉਂਕਿ ਇੱਥੇ ਧਿਆਨ ਲਾਉਣ ਦੇ ਨਾਲ, ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ, ਜੇ ਸਾਨੂੰ ਨੱਕ ਦਿਸਦਾ ਹੈ, ਫਿਰ ਸਾਡਾ ਮਨ ਦੋ ਜੋਤਾਂ ਦੇ ਵਿੱਚ ਹੈ, ਦੋ ਦ੍ਰਿਸ਼ਟੀ 'ਚ ਹੈ, ਇੱਕ ਦ੍ਰਿਸ਼ਟ ਨਹੀਂ ਹੋਇਆ। ਜੇ ਨਹੀਂ ਦਿਸਦਾ, ਇੱਥੇ ਧਿਆਨ ਲਾਉਣ ਦੇ ਨੱਕ ਨਹੀਂ ਦਿਸਦਾ, ਤੇ ਇੱਕ ਦ੍ਰਿਸ਼ਟ ਹਾਂ, ਮਨ ਇੱਕ ਦ੍ਰਿਸ਼ਟ ਹੋ ਗਿਆ ਹੈ, ਸੱਜਾ ਨੇਤਰ ਖੱਬੇ 'ਚ ਸਮਾ ਗਿਆ ਹੈ।
ਫਿਰ ਆਪਾਂ ਜੇ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ, ਤੇ ਵਿਚਾਲੇ ਸਤੋ ਗੁਣ ਹੈ। ਕਿਉਂਕਿ ਵਿਚਾਲੇ ਹੀ ਆਪਾਂ ਜਾਣਾ, ਸੱਜੇ ਖੱਬੇ ਅਸੀਂ ਨਹੀਂ ਜਾ ਸਕਦੇ। ਇਹ ਪਹਿਲੀ ਪੌੜੀ ਹੈ ਧਰਮ ਦੀ। ਸਤੋ ਗੁਣੀ ਜੀਵ ਜਿਹੜਾ, ਉਹਦਾ ਧਿਆਨ ਵਿਚਾਲੇ ਹੋਏਗਾ, ਸਿੱਧਾ ਰਸਤੇ ਨੂੰ ਹੋਏਗਾ, ਲੇਕਿਨ ਅੱਗੇ ਦਰ ਨਹੀਂ ਖੁੱਲ੍ਹਦਾ। ਇਸ ਕਰਕੇ ਇੱਕ ਦ੍ਰਿਸ਼ਟ ਨਹੀਂ ਹੁੰਦਾ, ਕਿਉਂਕਿ ਧਰਮ ਇੱਥੇ ਤੱਕ ਆਪਾਂ ਮੁਕਤ ਨਹੀਂ ਹੁੰਦੇ। ਸਤੋ ਗੁਣ 'ਤੇ ਅਸੀਂ ਮੁਕਤ ਨਹੀਂ ਹੁੰਦੇ, ਕਿਉਂਕਿ ਇਹ ਸਾਰਾ ਮਾਇਆ ਦਾ ਹੈ। ਰਾਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਫਿਰ ਆਪਾਂ ਇੱਥੋਂ ਆਪਣੇ ਆਪ ਨੂੰ ਪਰਖਾਂਗੇ। ਉਸ ਤੋਂ ਬਾਅਦ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਇੱਥੋਂ ਧਿਆਨ ਨੂੰ ਸਾਹਮਣੇ ਲੈ ਜਾਣਾ ਹੈ, ਸਾਹਮਣੇ ਦੇਖਣਾ ਹੈ, ਨਿਰਾਕਾਰ ਦੇ ਵਿੱਚ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਵਾਪਸ ਜਦੋਂ ਕਹਾਂਗਾ ਸਾਹਮਣੇ ਲੈ ਕੇ, ਫਿਰ ਸਾਹਮਣੇ ਲੈ ਕੇ ਆਉਣਾ ਧਿਆਨ। ਫਿਰ ਜਦੋਂ ਕਹਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਦਾ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਆਪਾਂ ਨੂੰ ਆਪਣਾ ਇਹ ਨੱਕ ਹੈ ਜਿਹੜਾ ਪ੍ਰਕਾਸ਼ ਦਿਸੇਗਾ, ਸ਼ੀਸ਼ੇ ਦੀ ਤਰ੍ਹਾਂ ਚਮਕਦਾ ਦਿਸੇਗਾ, ਨਜ਼ਰ ਆਏਗਾ। ਇੱਕ ਹਲਕੀ ਜਿਹੀ ਪਰਛਾਈ ਵੀ ਉੱਪਰ ਨਜ਼ਰ ਆ ਸਕਦੀ, ਇੱਕ ਲਾਈਨ ਜੀ, ਲੇਕਿਨ ਇਸ ਪਾਸਿਓਂ ਆਪਾਂ ਨੂੰ ਸਾਰਾ ਸ਼ੀਸ਼ੇ ਦੀ ਤਰ੍ਹਾਂ ਚਮਕਣ ਲੱਗ ਜਾਏਗਾ, ਆਰ ਪਾਰ ਦਿਸਣਾ ਸ਼ੁਰੂ ਹੋ ਜਾਏਗਾ। ਇਸ ਪਾਸੇ ਸਾਡੀ ਸੁਖਮਨਾ ਪ੍ਰਗਟ ਹੋ ਜਾਏਗੀ। ਉਸ ਨੂੰ ਪਹਿਚਾਣ ਕੇ ਫਿਰ ਆਪਾਂ ਉਸ ਮਾਲਕ ਦੀ ਪਹਿਚਾਣ ਕਰ ਸਕਦੇ ਹਾਂ। ਸੋ ਆਓ ਕਰੀਏ। ਪਹਿਲਾਂ ਨੇਤਰ ਸਮ ਕਰਕੇ ਥੋੜ੍ਹਾ ਆਪਣੇ ਆਪ ਨੂੰ ਜਾਣੋ, ਪਰਖੋ, ਆਪਣੇ ਧਿਆਨ ਦੀ ਸੋਝੀ ਲਓ। ਫਿਰ ਜਦੋਂ ਆਵਾਜ਼ ਦੇਵਾਂਗੇ ਧਿਆਨ, ਫਿਰ ਸਾਹਮਣੇ ਮਸਤਕ ਦੇ ਸਾਹਮਣੇ ਆਓ। ਪਹਿਲਾਂ ਨੇਤਰ ਸਮ ਕਰਕੇ ਆਪਣੇ ਆਪ ਨੂੰ ਥੋੜ੍ਹਾ ਪਹਿਚਾਣੋ, ਜਾਣੋ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ। ਫਿਰ ਸਾਹਮਣੇ ਲੈ ਕੇ ਆਓ। ਫਿਰ ਸਮ ਕਰਕੇ ਆਪਣੇ ਆਪ ਨੂੰ ਦੇਖੋ। ਜੇ ਕੋਈ ਨਵਾਂ ਜੀਵ ਜੇ ਪਹਿਲਾਂ ਨੱਕ ਦਿਸਦਾ ਸੀ, ਉਸਨੇ ਦੇਖਣਾ ਹੈ ਕਿ ਨੱਕ ਦਿਸ ਨੂੰ ਹਟ ਗਿਆ, ਕਿਉਂਕਿ ਜੇ ਇੱਕ ਦ੍ਰਿਸ਼ਟ ਹੋ ਗਿਆ, ਉਸ ਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ।
नीचे लाए जो ध्यान, जो भी नीचे पर बैठे विषया है, चादर है जो है, उस तो थोड़ा उपर 4-5 ਉਂਗਲ उत्ते ध्यान ढिला छड्ड के फर्ज करो ਆਪਾਂ बैड ते बैठे हो, अपनी सारी चादर दे उत्ते थोड़ा उत्ते देखने की कोशिश करनी है कि जिन्ना आप रिलैक्स होकर देखांगे उन्ना ही सौखा सानू अनुभव होएगा ते हमेशा वास्ते सौखा होएगा। एक हलचल प्रकाश दी, जिमें पानी हुंदा, पानी दी लहरां, बिल्कुल उवें ही प्रकाश दी हलचल सानू अनुभव होनी शुरू हो जाएगी इत्थे। फिर सम करके अपने आप को देखे। फिर नीचे लाए जो ध्यान,
सामने लेके आइए ध्यान, बिल्कुल रिलैक्स सामने देखना। ਇੱਥੇ ਸਾਨੂੰ ਜਿਵੇਂ ਸ਼ੀਸ਼ਾ ਹੁੰਦਾ ਹੈ, ਇਵੇਂ ਸਾਨੂੰ ਸ਼ੀਸ਼ੇ ਦੀ ਤਰ੍ਹਾਂ ਸਾਹਮਣੇ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ।
ਸਾਹਮਣੇ ਲੈ ਕੇ ਆਈਏ ਧਿਆਨ ਫਿਰ। नीचे लेके होते हैं। सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਆਪਣੇ ਖਾਲਸ ਰੂਪ ਨੂੰ ਵੀ ਦੇਖ ਸਕਦੇ ਹਾਂ, ਅਤੇ ਜਿਹੜਾ ਜੀਵ ਸ਼ੁਰੂ 'ਚ ਪਹਿਲਾਂ ਆਪਣੇ ਨਖਾਲਸ ਰੂਪ ਨੂੰ ਦੇਖਦਾ ਹੈ, ਇੱਕ ਆਕਾਰ ਰੂਪ ਨੂੰ ਦੇਖਦਾ ਹੈ। ਫਿਰ ਇੱਥੇ ਦੇਖਦੇ ਦੇਖਦੇ ਅਭਿਆਸ ਕਰਦੇ ਅਤੇ ਆਪਣਾ ਮੁੱਖ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਫਿਰ ਆਪਾਂ ਪ੍ਰਕਾਸ਼ ਰੂਪ ਨੂੰ ਦੇਖਦੇ ਹਾਂ, ਕਿਉਂਕਿ ਜਿਹੜਾ ਪ੍ਰਕਾਸ਼ ਰੂਪ ਹੈ ਉਹ ਸਾਡਾ ਖਾਲਸ ਰੂਪ ਹੈ, ਅਤੇ ਜਿਹੜਾ ਅਸਥੂਲ ਰੂਪ ਹੈ ਉਹ ਸਾਡਾ ਨਖਾਲਸ ਰੂਪ ਹੈ। ਦੋਨਾਂ ਦੀ ਪਹਿਚਾਣ ਸਾਨੂੰ ਤਾਂ ਹੀ ਹੁੰਦੀ ਹੈ ਜਦੋਂ ਸਾਡੀ ਜੋਤ ਪ੍ਰਗਟ ਹੋ ਜਾਂਦੀ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਪੂਰਨ ਜੋਤ ਘਟ ਜਗ੍ਹਾ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਫਿਰ ਖਾਲਸ ਅਤੇ ਨਖਾਲਸ ਦੀ ਸਾਨੂੰ ਪਹਿਚਾਣ ਹੁੰਦੀ ਹੈ।
ਸੋ ਹੁਣ ਪਰਸੋਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਆਪਾਂ 2 ਦਿਨ ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਉਹਨਾਂ ਦੀ ਜਵਾਨੀ, ਜੋ ਉਹਨਾਂ ਦੇ ਮੁਖੋਂ ਉਚਾਰੀ ਹੋਏ ਗਿਆਨ ਹੈ ਕਿ ਕਿਵੇਂ ਉਹਨਾਂ ਦਾ ਸੰਸਾਰ 'ਚ ਆਉਣਾ ਹੋਇਆ, ਕਿਸ ਕਾਰਜ ਵਾਸਤੇ ਆਏ, ਕਿਵੇਂ ਉਹ ਤਪੱਸਿਆ ਕੀਤੀ, ਕਿਵੇਂ 2 ਤੋਂ 1 ਰੂਪ ਹੋਏ, ਅਤੇ ਇਹ ਸਾਰਾ ਹੀ ਕਿਵੇਂ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਬਹੁਤ ਸਾਰੇ ਸਾਜੇ ਪਹਿਲਾਂ ਵੀ, ਕਿਵੇਂ ਉਹਨਾਂ ਆਪ ਹੀ ਆਪਣੇ ਆਪ ਨੂੰ ਇੱਥੇ ਆ ਕੇ ਪਰਮੇਸ਼ਰ ਜਣਾਉਣ ਦੀ ਕੋਸ਼ਿਸ਼ ਕੀਤੀ ਜਾਂ ਆਪਣੇ ਆਪ ਨੂੰ ਪਰਮੇਸ਼ਰ ਜਣਾਇਆ। ਉਹ ਸਾਰਾ ਹੀ ਆਪਾਂ ਵਿਚਾਰ ਕਰਾਂਗੇ ਜੋ ਦਸਮ ਗ੍ਰੰਥ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਦੀ ਆਪਣੀ ਬਾਣੀ ਹੈ, ਜੋ ਆਪਣੀ ਕਥਾ ਆਪ ਕੀਤੀ ਹੋਈ ਹੈ। ਅਬ ਮੈਂ ਆਪਣੀ ਕਥਾ ਬਖਾਨੂੰ। ਸੋ ਹੁਣ ਆਪਾਂ ਸਮਾਪਤੀ ਕਰਦੇ ਹਾਂ। ਇੰਨੀ ਕੁ ਵਿਚਾਰ ਕਰਦੇ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।